ज़्यादातर इंडियंस ਦੇ ਲਈ ਇਨਵੈਸਟਮੈਂਟ ਦਾ ਮਤਲਬ ਹੈ ਫਿਕਸ ਡਿਪੋਜ਼ਿਟ ਕਰਵਾਉਣਾ। ट्रिप ਦੇ ਲਈ ਪੈਸਾ ਜੋੜਨਾ ਹੈ, ਐਫ ਡੀ ਕਰਵਾ ਲਓ। ਬੱਚਿਆਂ ਲਈ ਪੈਸਾ ਜੋੜਨਾ ਹੈ, ਐਫ ਡੀ ਕਰਵਾ ਲਓ। ਕੁਝ ਸਮਝ ਨਹੀਂ ਆ ਰਿਹਾ ਤਾਂ ਐਫ ਡੀ ਕਰਵਾ ਲਓ। ਬਟ 99% ਲੋਕਾਂ ਨੂੰ ਨਾ ਐਫ ਡੀ ਦੀ ਬਹੁਤ ਘੱਟ ਸਮਝ ਆਉਂਦੀ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ 5 ਇਦਾਂ ਦੇ ਹੈਰਾਨ ਕਰਨ ਵਾਲੇ ਤੱਥਾਂ ਦੀ ਗੱਲ ਕਰਾਂਗੇ ਜੋ ਕਿ ਹਰ ਇੱਕ ਇਨਵੈਸਟਰ ਨੂੰ ਪਤਾ ਹੋਣੇ ਚਾਹੀਦੇ ਨੇ। ਪਹਿਲੇ ਨੰਬਰ ਤੇ ਆਉਂਦਾ ਹੈ ਕਿ ਜਿਹਦੇ ਵਿੱਚ ਇੱਕ ਬਹੁਤ ਵੱਡੀ ਮਿਥ ਬਣੀ ਹੋਈ ਐਫ ਡੀ ਨੂੰ ਲੈ ਕੇ ਕਿ ਐਫ ਡੀ ਤੋਂ ਸੇਫ ਕੁਛ ਹੈ ਹੀ ਨਹੀਂ। ਐਫ ਡੀ ਦੇ ਵਿੱਚ ਪੈਸਾ ਇਨਵੈਸਟ ਕਰਤਾ ਤਾਂ ਮਤਲਬ ਸਾਡਾ ਪੈਸਾ ਕਿਤੇ ਨਹੀਂ ਜਾਏਗਾ। ਪਰ ਜੇ ਮੈਂ ਕਹਾਂ ਕਿ ਜਿਸ ਬੈਂਕ 'ਚ ਤੁਸੀਂ ਪੈਸਾ ਰੱਖਿਆ ਹੋਇਆ ਜੋ ਬੈਂਕ ਹੀ ਡੁੱਬ ਗਿਆ, ਹੁਣ ਤੁਸੀਂ ਸੋਚੋਗੇ ਕਿ ਆਰਬੀਆਈ ਤਾਂ ਬੈਠਾ ਹੈ, ਉਹ ਤਾਂ ਸਾਡੇ ਪੈਸੇ ਨੂੰ ਪ੍ਰੋਟੈਕਟ ਕਰੇਗਾ। ਇਹ ਗੱਲ ਸਹੀ ਹੈ, ਬਟ ਇਹ ਅੱਧੀ ਹੀ ਸਹੀ ਹੈ। ਆਰਬੀਆਈ ਤੁਹਾਡਾ 5 ਲੱਖ ਤੱਕ ਦਾ ਪੈਸਾ ਇੰਸ਼ੋਰ ਕਰਦਾ ਹੈ, ਬਟ ਸਾਰੀਆਂ ਬੈਂਕਾਂ ਨਹੀਂ ਕਰਦੀਆਂ। ਡਿਪੋਜ਼ਿਟਰਸ ਦਾ ਜਿੰਨਾ ਵੀ ਪੈਸਾ ਆਰਬੀਆਈ ਇੰਸ਼ੋਰ ਕਰਦਾ ਹੈ ਉਹ ਆਰਬੀਆਈ ਦੀ ਇੱਕ ਬੋਡੀ DICGC ਦੁਆਰਾ ਇੰਸ਼ੋਰ ਕੀਤਾ ਜਾਂਦਾ ਹੈ। DICGC ਦੇ ਵਿੱਚ ਜ਼ਿਆਦਾਤਰ ਬੈਂਕਾਂ ਕਵਰਡ ਨੇ, ਬਟ ਫਿਰ ਵੀ ਕੁਝ ਇਦਾਂ ਦੀਆਂ ਬੈਂਕਾਂ ਨੇ ਜਿਨ੍ਹਾਂ ਨੂੰ DICGC ਕਵਰਡ ਨਹੀਂ ਕਰਦਾ। ਅਨਫੋਰਚੂਨੇਟਲੀ ਸਾਡੇ ਕੋਲ ਇਹਨਾਂ ਬੈਂਕਾਂ ਦੀ ਲਿਸਟ ਨਹੀਂ ਹੈ ਜਿਨ੍ਹਾਂ ਨੂੰ DICGC ਕਵਰ ਨਹੀਂ ਕਰਦਾ, ਬਟ ਤੁਹਾਨੂੰ ਇਹ ਇਨਫੋਰਮੇਸ਼ਨ ਗੂਗਲ ਤੇ ਬੜੀ ਆਸਾਨੀ ਨਾਲ ਮਿਲ ਸਕਦੀ ਹੈ। ਐਡੀਸ਼ਨਲੀ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਜੋ DICGC ਇੰਸ਼ੋਰੈਂਸ ਹੁੰਦੀ ਹੈ ਉਹ ਸਿਰਫ ਬੈਂਕਾਂ ਲਈ ਹੁੰਦੀ ਹੈ, NBFCs ਲਈ ਨਹੀਂ ਹੁੰਦੀ। ਇੱਥੋਂ ਤੱਕ ਕਿ ਬਜਾਜ ਫਾਈਨਾਂਸ ਤੇ ਟਾਟਾ ਕੈਪੀਟਲ ਲਈ ਵੀ ਨਹੀਂ ਹੈ। ਦੂਜੇ ਨੰਬਰ ਤੇ ਆਉਂਦਾ ਕਿ ਜਦੋਂ ਅਸੀਂ ਪੈਸਾ ਐਫ ਡੀ ਦੇ ਵਿੱਚ ਇਨਵੈਸਟ ਕਰਦੇ ਨੇ ਤੇ ਬਾਈ ਚਾਂਸ ਸਾਨੂੰ ਐਮਰਜੈਂਸੀ ਉਸ ਪੈਸੇ ਦੀ ਜ਼ਰੂਰਤ ਪੈਂਦੀ ਹੈ ਤਾਂ ਦਿਮਾਗ ਦੇ ਵਿੱਚ ਇੱਕੋ ਹੀ ਖਿਆਲ ਆਉਂਦਾ ਕਿ ਐਫ ਡੀ ਤੜਵਾ ਲੈਂਦੇ ਆ, ਬਟ ਦਿਸ ਮੇ ਨਾਟ ਬੀ ਦਾ ਸਮਾਰਟੈਸਟ ਮੂਵ। ਤੁਹਾਨੂੰ ਇੱਕ ਚੀਜ਼ ਦਾ ਤਾਂ ਪਤਾ ਹੋਵੇਗਾ ਕਿ ਐਫ ਡੀ ਨੂੰ ਟਾਈਮ ਤੋਂ ਪਹਿਲਾਂ ਤੜਵਾਉਣ ਤੇ ਪੈਨਲਟੀ ਦੇਣੀ ਪੈਂਦੀ ਹੈ, ਪਲੱਸ ਜਿੰਨਾ ਇੰਟਰਸਟ ਰੇਟ ਸਾਨੂੰ ਪ੍ਰੋਮਿਸ ਕੀਤਾ ਹੁੰਦਾ ਉਸ ਤੋਂ ਘੱਟ ਇੰਟਰਸਟ ਰੇਟ ਵੀ ਮਿਲਦਾ। ਸੋ ਇੱਥੇ ਸਾਡਾ ਕਾਫੀ ਸਾਰਾ ਨੁਕਸਾਨ ਹੋ ਜਾਂਦਾ ਹੈ। ਬਟ ਐਫ ਡੀ ਤੜਵਾਉਣ ਤੋਂ ਵਧੀਆ ਚੀਜ਼ ਹੈ ਕਿ ਆਪਾਂ ਉਸ ਐਫ ਡੀ ਦੇ ਅਗੇਂਸਟ ਓਵਰਡਰਾਫਟ ਫੈਸਿਲਿਟੀ ਲੈ ਸਕਦੇ ਹਾਂ। ਹੁਣ ਐਫ ਡੀ ਤੜਵਾਉਣ ਨਾਲੋਂ ਓਵਰਡਰਾਫਟ ਫੈਸਿਲਿਟੀ ਵਧੀਆ ਕਿਵੇਂ ਹੋ ਸਕਦੀ ਹੈ? ਤਾਂ ਦੇਖੋ, ਓਵਰਡਰਾਫਟ ਫੈਸਿਲਿਟੀ ਨਾ ਬੇਸਿਕਲੀ ਬੈਂਕ ਵੱਲੋਂ ਇੱਕ ਪਰਸਨਲ ਲੋਨ ਦੀ ਤਰ੍ਹਾਂ ਹੁੰਦੀ ਹੈ। ਤੁਹਾਨੂੰ ਤੁਹਾਡੇ ਐਫ ਡੀ ਅਮਾਊਂਟ ਦਾ 80 ਤੋਂ 90% ਕ੍ਰੈਡਿਟ ਲਾਈਨ ਸੈੱਟ ਕਰ ਦਿੱਤੀ ਜਾਂਦੀ ਹੈ। ਉਹ ਪੈਸਾ ਤੁਹਾਨੂੰ ਜਦੋਂ ਜ਼ਰੂਰਤ ਹੈ ਤੁਸੀਂ ਕਢਵਾ ਸਕਦੇ ਹੋ ਤੇ ਜਦੋਂ ਤੁਹਾਡੇ ਕੋਲ ਪੈਸੇ ਨੇ ਤੁਸੀਂ ਵਾਪਸ ਜਮ੍ਹਾਂ ਕਰਵਾ ਸਕਦੇ ਹੋ। ਤੇ ਓਵਰਡਰਾਫਟ ਫੈਸਿਲਿਟੀ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਤੁਸੀਂ ਜਿੰਨੇ ਦਿਨ ਲਈ ਪੈਸਾ ਯੂਜ਼ ਕਰਦੇ ਹੋ ਤੁਹਾਨੂੰ ਸਿਰਫ ਉਨੇ ਦਿਨ ਦਾ ਹੀ ਵਿਆਜ ਲੱਗਦਾ ਹੈ। ਮੰਨ ਲਓ 1 ਮਹੀਨੇ ਦੇ ਵਿੱਚ ਤੁਹਾਨੂੰ ਸਿਰਫ 20 ਦਿਨ ਲਈ ਪੈਸੇ ਦੀ ਜ਼ਰੂਰਤ ਹੈ, 21ਵੇਂ ਦਿਨ ਤੁਹਾਨੂੰ ਪੇਮੈਂਟ ਮਿਲ ਜਾਂਦੀ ਹੈ ਤੇ ਤੁਸੀਂ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਦਿੰਦੇ ਹੋ, ਤਾਂ ਜੋ ਵਿਆਜ ਲੱਗੇਗਾ ਉਹ ਤੁਹਾਨੂੰ ਸਿਰਫ 20 ਦਿਨ ਦਾ ਹੀ ਲੱਗੇਗਾ। ਸੋ ਇਸ ਤਰੀਕੇ ਨਾਲ ਓਵਰਡਰਾਫਟ ਫੈਸਿਲਿਟੀ ਤੇ ਤੁਹਾਨੂੰ ਕਾਫੀ ਫਲੈਕਸੀਬਿਲਿਟੀ ਮਿਲ ਜਾਂਦੀ ਹੈ ਜੋ ਕਿ ਪਰਸਨਲ ਲੋਨ 'ਚ ਨਹੀਂ ਮਿਲਦੀ। ਪਲੱਸ ਜੇਕਰ ਤੁਸੀਂ ਐਫ ਡੀ ਦੇ ਅਗੇਂਸਟ ਓਵਰਡਰਾਫਟ ਫੈਸਿਲਿਟੀ ਲੈਂਦੇ ਹੋ ਤਾਂ ਤੁਹਾਨੂੰ ਸਿਰਫ 1-2% ਤੱਕ ਹੀ ਵਿਆਜ ਲੱਗਦਾ ਹੈ। ਓਵਰਡਰਾਫਟ ਫੈਸਿਲਿਟੀ ਦਾ ਜੋ ਇੰਟਰਸਟ ਰੇਟ ਹੁੰਦਾ ਉਹ ਐਫ ਡੀ ਦੇ ਇੰਟਰਸਟ ਰੇਟ ਤੋਂ ਸਿਰਫ 1-2% ਹੀ ਜ਼ਿਆਦਾ ਹੁੰਦਾ ਹੈ। ਮੰਨ ਲਓ ਐਫ ਡੀ ਦਾ ਜੋ ਇੰਟਰਸਟ ਰੇਟ ਹੈ ਉਹ 6% ਹੈ, ਤਾਂ ਓਵਰਡਰਾਫਟ ਜੋ ਫੈਸਿਲਿਟੀ ਹੈ ਉਹਦਾ ਵਿਆਜ ਹੋਏਗਾ 7-8%, ਤਾਂ ਇਫੈਕਟਿਵਲੀ ਤੁਹਾਨੂੰ 1-2% ਹੀ ਵਿਆਜ ਲੱਗੇਗਾ। ਤੀਜਾ ਫੈਕਟ ਇਦਾਂ ਦਾ ਹੈ ਜਿਹਨੂੰ ਬਹੁਤ ਸਾਰੇ ਲੋਕ ਗਲਤ ਤਰੀਕੇ ਨਾਲ ਸਮਝ ਲੈਂਦੇ ਨੇ। ਲੋਕਾਂ ਨੂੰ ਲੱਗਦਾ ਕਿ ਘੱਟ ਵਿਆਜ ਹੈ ਮਤਲਬ ਘੱਟ ਰਿਸਕ ਹੈ। ਸੱਚ ਦੱਸਿਓ, ਤੁਹਾਨੂੰ ਵੀ ਇਦਾਂ ਹੀ ਲੱਗਦਾ ਨਾ ਕਿ ਮਤਲਬ ਜੇ ਸਾਨੂੰ ਬੈਂਕ ਕੋਈ ਘੱਟ ਵਿਆਜ ਦੇ ਰਿਹਾ ਹੈ ਮਤਲਬ ਉਹ ਜ਼ਿਆਦਾ ਸੇਫ ਹੈ, ਤੇ ਅਸੀਂ ਇਸੇ ਕਰਕੇ ਹੀ ਘੱਟ ਵਿਆਜ 'ਚ ਸੈਟਲ ਹੋ ਜਾਂਦੇ ਹਾਂ। ਬਹੁਤ ਸਾਰੀਆਂ ਸਮਾਲ ਫਾਈਨਾਂਸ ਬੈਂਕਾਂ ਇਦਾਂ ਦੀਆਂ ਨੇ ਜੋ ਟ੍ਰੈਡੀਸ਼ਨਲ ਬੈਂਕਾਂ ਨਾਲੋਂ 1-2% ਵੱਧ ਵਿਆਜ ਦੇ ਰਹੀਆਂ ਨੇ, ਬਟ ਅਸੀਂ ਉਹਨਾਂ 'ਚ ਇਨਵੈਸਟ ਨਹੀਂ ਕਰਦੇ। ਕਿਉਂਕਿ ਸਾਨੂੰ ਲੱਗਦਾ ਕਿ ਉਹਨਾਂ 'ਚ ਪੈਸਾ ਰੱਖਣਾ ਰਿਸਕੀ ਹੈ। ਜਿਵੇਂ ਕਿ ਅਸੀਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਜੇਕਰ ਬੈਂਕ DICGC ਦੁਆਰਾ ਕਵਰਡ ਹੈ ਤਾਂ ਤੁਹਾਡੇ ਜੋ 5 ਲੱਖ ਤੱਕ ਦੇ ਡਿਪੋਜ਼ਿਟ ਨੇ ਉਹ ਬਿਲਕੁਲ ਸੇਫ ਨੇ, ਤੇ ਇਸ ਚੀਜ਼ ਦੀ ਗਰੰਟੀ ਆਰਬੀਆਈ ਲੈਂਦਾ ਹੈ। ਸੋ ਜੇਕਰ ਕੋਈ ਸਮਾਲ ਫਾਈਨਾਂਸ ਬੈਂਕ DICGC ਦੁਆਰਾ ਕਵਰਡ ਹੈ ਤਾਂ ਉੱਥੇ ਵੀ ਤੁਹਾਡੇ 5 ਲੱਖ ਤੱਕ ਦੇ ਜੋ ਡਿਪੋਜ਼ਿਟਸ ਨੇ ਉਹ ਬਿਲਕੁਲ ਸੇਫ ਨੇ। ਸੋ ਜਿਹੜੇ ਬੈਂਕ ਘੱਟ ਵਿਆਜ ਆਫਰ ਕਰਦੇ ਆ ਉਹਨਾਂ 'ਚ ਪੈਸਾ ਰੱਖਣ ਦੀ ਬਜਾਏ ਉਹਨਾਂ ਬੈਂਕਾਂ 'ਚ ਪੈਸਾ ਰੱਖ ਸਕਦੇ ਹੋ ਜਿਹੜੇ ਜ਼ਿਆਦਾ ਵਿਆਜ ਆਫਰ ਕਰਦੇ ਆ। ਬਸ ਉਹ ਬੈਂਕ DICGC ਦੁਆਰਾ ਕਵਰਡ ਹੋਣੇ ਚਾਹੀਦੇ ਆ। ਹੁਣ ਕੁਝ ਲੋਕ ਸੋਚ ਰਹੇ ਹੋਣਗੇ ਕਿ ਜੇਕਰ ਸਾਡੇ ਕੋਲ ਪੈਸਾ ਹੀ 5 ਲੱਖ ਤੋਂ ਵੱਧ ਹੋਵੇ ਤਾਂ ਬਿਲਕੁਲ ਸਹੀ ਸੋਚਣਾ ਉਹਨਾਂ ਦਾ। ਤਾਂ ਇਦਾਂ ਦੇ ਕੇਸ ਦੇ ਵਿੱਚ ਤੁਸੀਂ ਆਪਣੀ ਜੋ ਐਫ ਡੀ ਆ ਉਹਨੂੰ 5-5 ਲੱਖ ਦੇ ਵਿੱਚ ਸਪਲਿਟ ਕਰ ਸਕਦੇ ਹੋ। ਮੰਨ ਲਓ ਜੇਕਰ ਤੁਹਾਡੇ ਕੋਲ ਟੋਟਲ 20 ਲੱਖ ਦੇ ਡਿਪੋਜ਼ਿਟ ਹੈ ਤਾਂ ਤੁਸੀਂ 4-5 ਲੱਖ ਦੀਆਂ ਐਫ ਡੀਆਂ 4 ਅਲੱਗ-ਅਲੱਗ ਬੈਂਕਾਂ 'ਚ ਕਰਵਾ ਸਕਦੇ ਹੋ। ਬਸ ਉਹ ਬੈਂਕਾਂ DICGC ਦੁਆਰਾ ਕਵਰਡ ਹੋਣੀਆਂ ਚਾਹੀਦੀਆਂ ਨੇ। ਚੌਥੇ ਨੰਬਰ ਤੇ ਵੀ ਇੱਕ ਮਿਥ ਹੀ ਹੈ ਜੋ ਲੋਕਾਂ ਦੇ ਦਿਮਾਗ ਦੇ ਵਿੱਚ ਪਰਸੈਪਸ਼ਨ ਬਣੀ ਹੋਈ ਹੈ ਕਿ NBFCs ਯਾਨੀ ਕਿ ਨਾਨ ਬੈਂਕ ਫਾਈਨੈਂਸ਼ੀਅਲ ਕੰਪਨੀਜ਼ ਦੇ ਵਿੱਚ ਐਫ ਡੀ ਰੱਖਣਾ ਥੋੜਾ ਰਿਸਕੀ ਹੈ, ਜਿਵੇਂ ਕਿ ਬਜਾਜ ਫਾਈਨਾਂਸ। ਕੀ ਪਤਾ ਕਦੋਂ ਪੈਸਾ ਡੁੱਬ ਜੇ। ਹਾਲਾਂਕਿ NBFCs DICGC ਦੁਆਰਾ ਕਵਰਡ ਨਹੀਂ ਹੁੰਦੀਆਂ, ਬਟ ਫਿਰ ਵੀ ਕੁਝ NBFCs ਇਦਾਂ ਦੀਆਂ ਨੇ ਜੋ ਬੈਂਕਾਂ ਨਾਲੋਂ ਜ਼ਿਆਦਾ ਸੇਫ ਹੁੰਦੀਆਂ ਨੇ। ਇਸ ਚੀਜ਼ ਦੀ ਇੱਕ ਐਗਜ਼ਾਮਪਲ ਦੇਣਾ ਚਾਹੂੰਗਾ। ਬਜਾਜ ਫਾਈਨਾਂਸ ਦੀਆਂ ਜੋ ਐਫ ਡੀਜ਼ ਨੇ ਉਹਨਾਂ ਨੂੰ AAA ਰੇਟਿੰਗ ਮਿਲੀ ਹੋਈ ਹੈ CRISIL ਦੁਆਰਾ। CRISIL ਇੱਕ ਰੇਟਿੰਗ ਏਜੰਸੀ ਹੈ ਜੋ ਕਿ ਕਾਰਪੋਰੇਟਸ ਦੇ ਲਈ ਹੈ, ਜਿਵੇਂ ਕਿ ਇੱਕ ਇੰਡੀਵਿਜੂਅਲ ਨੂੰ ਸਿਬਲ ਸਕੋਰ ਦਿੱਤਾ ਜਾਂਦਾ ਹੈ, ਤੇ AAA ਰੇਟਿੰਗ CRISIL ਦੀ ਹਾਈਐਸਟ ਰੇਟਿੰਗ ਹੈ ਜਿਹਦਾ ਮਤਲਬ ਹੈ ਸੁਪਰ ਸੇਫ। ਤੇ ਉਹੀ ਦੂਜੇ ਪਾਸੇ ਜੇਕਰ ਮੈਂ ਯੈਸ ਬੈਂਕ ਦੀ ਗੱਲ ਕਰਾਂ ਤਾਂ ਉਹਨਾਂ ਦੀ ਐਫਡੀਜ਼ ਨੂੰ -A ਰੇਟਿੰਗ ਮਿਲੀ ਹੋਈ ਹੈ, ਜਿਹਦਾ ਮਤਲਬ ਹੈ ਕਿ AAA ਰੇਟਿੰਗ ਤੋਂ 7 ਨੌਚਸ ਥੱਲੇ। ਬਟ ਫਿਰ ਵੀ ਕੁਝ ਇਨਵੈਸਟਰਸ ਬਜਾਜ ਫਾਈਨਾਂਸ ਨਾਲੋਂ ਯੈਸ ਬੈਂਕ ਦੇ ਵਿੱਚ ਐਫਡੀ ਕਰਵਾਉਣਾ ਪ੍ਰੈਫਰ ਕਰਦੇ ਆ ਸਿਰਫ ਇਸੇ ਕਰਕੇ ਕਿ ਉਹ ਬੈਂਕ ਹੈ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਕਿਸੇ ਵੀ NBFC ਦੇ ਵਿੱਚ ਐਫਡੀ ਕਰਵਾਉਣ ਵੇਲੇ ਇੱਕ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਕਿ ਐਫਡੀ ਤੜਵਾਉਣ ਵੇਲੇ ਕਿੰਨੇ ਚਾਰजेस ਲੱਗਦੇ ਆ। ਜਨਰਲੀ NBFCs ਦੇ ਵਿੱਚ ਜੋ ਪੈਨਲਟੀ ਹੁੰਦੀ ਆ ਉਹ ਬੈਂਕਾਂ ਨਾਲੋਂ ਥੋੜੀ ਜ਼ਿਆਦਾ ਹੁੰਦੀ ਹੈ। 5ਵੇਂ ਨੰਬਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਕਿ ਐਫਡੀ ਤੋਂ ਜੋ ਅਸੀਂ ਵਿਆਜ ਕਮਾਉਂਦੇ ਆ ਉਹਦੇ ਤੇ ਟੈਕਸ ਲੱਗਦਾ ਹੈ। ਜੇਕਰ ਤੁਸੀਂ ਬੈਂਕ ਦੇ ਵਿੱਚ ਆਪਣਾ ਪੈਨ ਸਬਮਿਟ ਕੀਤਾ ਹੋਇਆ ਤਾਂ ਤੁਹਾਨੂੰ 10% TDS ਕੱਟੇਗਾ, ਤੇ ਜੇਕਰ ਸਬਮਿਟ ਨਹੀਂ ਕੀਤਾ ਤਾਂ 20% TDS ਕੱਟਿਆ ਜਾਏਗਾ। ਤੇ ਜੇਕਰ ਤੁਸੀਂ ਇਸ 10-20% ਤੋਂ ਵੱਧ ਟੈਕਸ ਦੇਣ ਲਈ ਲਾਇਬਲ ਹੋ ਤਾਂ ਤੁਸੀਂ ਅਲੱਗ ਤੋਂ ਪੇ ਕਰ ਸਕਦੇ ਹੋ, ਬਟ ਜੇਕਰ ਇਸ ਤੋਂ ਘੱਟ ਟੈਕਸ ਬਣਦਾ ਹੈ ਤਾਂ ਤੁਸੀਂ ਵਾਪਸ ਵੀ ਕਲੇਮ ਕਰ ਸਕਦੇ ਹੋ। ਹੁਣ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੈ ਵੀ ਤੁਹਾਡੀ ਟੋਟਲ ਟੈਕਸੇਬਲ ਇਨਕਮ 2.5 ਲੱਖ ਤੋਂ ਘੱਟ ਰਹਿਣ ਵਾਲੀ ਹੈ, ਇਹਦੇ ਵਿੱਚ ਜੇਕਰ ਐਫਡੀ ਦੇ ਵਿਆਜ ਵਾਲੀ ਇਨਕਮ ਇਨਕਲੂਡ ਕਰੀਏ ਉਸ ਤੋਂ ਬਾਅਦ ਵੀ 2.5 ਲੱਖ ਤੋਂ ਘੱਟ ਇਨਕਮ ਬਣਨ ਵਾਲੀ ਹੈ,
ਤਾਂ ਤੁਸੀਂ ਜ਼ੀਰੋ ਟੈਕਸ ਪੇ ਕਰਨਾ ਹੋਏਗਾ। ਇਦਾਂ ਦੇ ਕੇਸ ਦੇ ਵਿੱਚ ਤੁਸੀਂ ਬੈਂਕ ਨੂੰ ਫਾਰਮ 15G ਜਾਂ ਫਿਰ ਫਾਰਮ 15H ਸਬਮਿਟ ਕਰ ਸਕਦੇ ਹੋ। ਇਹਦੇ ਨਾਲ ਬੈਂਕ ਤੁਹਾਡੀ ਇੰਟਰਸਟ ਇਨਕਮ ਤੇ TDS ਨਹੀਂ ਕੱਟੇਗਾ। ਇਹਦੇ ਨਾਲ ਤੁਹਾਡੀ ਬਹੁਤ ਸਾਰੀ ਮਿਹਨਤ ਵੀ ਬਚ ਜਾਏਗੀ। ਬਾਕੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਇਹਨਾਂ ਦੇ ਵਿੱਚੋਂ ਕਿਹੜਾ ਫੈਕਟ ਇਦਾਂ ਦਾ ਸੀ ਜੋ ਤੁਹਾਨੂੰ ਪਹਿਲਾਂ ਤੋਂ ਨਹੀਂ ਪਤਾ ਸੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਟਿਲ ਦੈਨ ਬੀ ਕਿਫਾਇਤੀ।